ਪੰਜਾਬ ਸਰਕਾਰ ਵੱਲੋਂ ਚੰਨੀ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਆਪਣੇ ਵਿਕਾਸ ਦੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ। ਖਾਸ ਤੌਰ 'ਤੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਵੀ ਜਿਹੜੀ ਕਿਹਾ ਜਾਂਦਾ ਹੈ ਵੀ ਜਿਹੜੇ ਇਹਨਾਂ ਦਾ ਖਜ਼ਾਨਾ ਮੰਤਰੀ ਪਰਮ ਮਿੱਤਰ ਹੋਣ ਕਰਕੇ ਜਿਹੜਾ ਇਹਨਾਂ ਦਾ ਹੱਥ ਖਜ਼ਾਨੇ ਨੂੰ ਸਿੱਧਾ ਪੈਂਦਾ ਹੈ ਤੇ ਇਸ ਕਰਕੇ ਇਹਨਾਂ ਨੇ ਜਿਹੜੇ ਵਿਕਾਸ ਦੇ ਕਾਰਜ ਹੈ ਇਹਨਾਂ ਦਾ ਖੁਦ ਦਾ ਕਹਿਣਾ ਵੀ ਹੈ ਵੀ ਜ਼ਿਆਦਾ ਕਿਰਾਏ ਇਲਾਕੇ ਦੇ ਵਿੱਚ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅੱਜ ਤੱਕ ਵਿਕਾਸ ਨਹੀਂ ਹੋਇਆ ਜਾਂ ਸੜਕਾਂ ਨਹੀਂ ਬਣ ਸਕੀਆਂ। ਅੱਜ ਇਸੇ ਤਰ੍ਹਾਂ ਪਿੰਡ ਗਹੂਣ ਦੇ ਵਿੱਚ ਕੁਝ ਅਜਿਹੀਆਂ ਸੜਕਾਂ ਦਾ ਇਹਨਾਂ ਨੇ ਉਦਘਾਟਨ ਕੀਤਾ ਜਿਹੜੀਆਂ ਅੱਜ ਤੱਕ ਬਣੀਆਂ ਨਹੀਂ ਸੀਗੀਆਂ ਜਾਂ ਅਣਗੌਲੀਆਂ ਸਨ। ਸਾਡੇ ਨਾਲ ਮੌਜੂਦ ਨੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਜੀ। ਮੰਗੂਪੁਰ ਸਾਹਿਬ, ਜਿਸ ਤਰ੍ਹਾਂ ਤੁਸੀਂ ਅੱਜ ਉਦਘਾਟਨ ਕੀਤਾ, ਕਿੱਦਾਂ ਦਾ ਲੱਗਦਾ ਜੀ? ਕਿਉਂ ਅਣਗੌਲੀਆਂ ਗਈਆਂ ਸੀ? ਅੱਜ ਮੈਂ ਆਪਣੇ ਸਾਥੀਆਂ ਸਮੇਤ ਹਕਲਾ ਸਾਹਿਬ, ਸਾਡੇ ਚੇਅਰਮੈਨ ਧਰਮਪਾਲ ਜੀ, ਵਾਈਸ ਚੇਅਰਮੈਨ ਦੇਸਰਾਜ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹੀਰਾ ਲਾਲ ਖੇਪੜ ਜੀ, ਯੂਥ ਦੇ ਪ੍ਰਧਾਨ ਮੋਹਨ ਲਾਲ ਜੀ, ਜਿਹੜੇ ਸਾਡੇ ਬਲਾਕ ਦੇ ਪ੍ਰਧਾਨ ਹੈ, ਸਾਡੇ ਯੂਥ ਦੇ ਪ੍ਰਧਾਨ ਇੱਥੇ ਆਪਣੇ ਬਿੱਲਾ ਜੀ, ਬਰਜਿੰਦਰ ਜੀ, ਸੋ ਹੋਰ ਵੀ ਮੇਰੇ ਜਿਹੜੇ ਸਾਥੀ ਆ। ਅੱਜ ਮੈਂ ਗਹੂਣ ਪਿੰਡ ਦੇ ਵਿੱਚ ਮੈਨੂੰ ਆ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਹਨਾਂ ਦੀ ਕਾਫੀ ਦੇਰ ਦੀ ਇਹ ਮੰਗ ਸੀਗੀ, ਬਹੁਤ ਦੇਰ ਦੀ, ਪਰ ਇਹ ਮੰਗ ਅੱਜ ਤੋਂ 20 ਸਾਲ ਪਹਿਲਾਂ ਮੇਰੇ ਹਿਸਾਬ ਨਾਲ ਤਾਂ ਪੂਰੀ ਹੋ ਜਾਣੀ ਚਾਹੀਦੀ ਸੀਗੀ, ਕਿਉਂ ਲੋਕਾਂ ਨੂੰ ਇਹਦੀ ਜ਼ਰੂਰਤ ਸੀਗੀ। ਪਰ ਅੱਜ ਅਸੀਂ ਤਰਲੋਚਨ ਸਿੰਘ ਦਾ ਨੇ ਵੀ ਇਹੀ ਮੰਗ ਰੱਖੀ ਸੀਗੀ ਆਪਣੇ ਇਲਾਕੇ ਦੀ ਕਿ ਇਹ ਜਿਹੜੀ ਮੰਗ ਪੂਰੀ ਕੀਤੀ। ਅੱਜ ਅਸੀਂ ਗਹੂਣ ਤੋਂ ਜਿਹੜੀ ਹੈਗੀ ਹੈ ਰਕੜਾ ਨਿਊ ਕਲੋਨੀ ਨੂੰ ਜਿਹੜੀ ਸੜਕ ਗਈ ਹੈ ਉਹ 18,70,000 ਦੀ ਨਾਲ ਅਸੀਂ ਜਿਹੜੀ ਬਣਾਉਣ ਜਾ ਰਹੇ ਹਾਂ। ਇਸੇ ਤਰ੍ਹਾਂ ਜਿਹੜੀ ਹੈ ਫਿਰਨੀ ਦੀ ਰੱਖੀ, ਇਹ ਵੀ ਕਾਫੀ ਮੇਰੇ ਖਿਆਲ ਕਰਦੇ ਸਾਡੇ ਸਰਪੰਚ ਸਾਹਿਬ ਤਾਂ ਮਨਜਿੰਦਰ ਜੀ ਦਿਨ ਰਾਤ ਮਿਹਨਤ ਕਰਦੇ। ਇਹੀ ਹੈ ਇੱਥੇ ਦੀ ਪੰਚਾਇਤ ਵੀ ਔਰ ਸਾਰੇ ਇੱਥੇ ਦੇ ਸਾਰਿਆਂ ਦੀ ਮੰਗ ਇੱਕੋ ਹੀ ਸੀਗੀ ਪਿੰਡ ਦੀ ਵੀ ਇਹ ਸੜਕ ਜਿਹੜੀ ਬਣਨੀ ਚਾਹੀਦੀ। ਇਹ ਵੀ ਅਸੀਂ 9,70,000 ਦੇ ਨਾਲ ਇਹ ਸੜਕ ਬਣਾਉਣ ਜਾ ਰਹੇ ਹਾਂ। ਪਰ ਅਸੀਂ ਅੱਜ ਵੀ ਕਹਿੰਦੇ ਹਾਂ ਜਿੰਨਾ ਹੋਰ ਵੀ ਵਿਕਾਸ ਦਾ ਕੋਈ ਇਸ ਗਹੂਣ ਪਿੰਡ ਦਾ ਕੰਮ ਰਹਿ ਗਿਆ ਹੋਇਆ ਉਹ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਅਸੀਂ ਇੱਕ ਤੋਹਫਾ ਹੋਰ ਦੇਣਾ ਇਹਨਾਂ ਨੂੰ ਜਲਦੀ, ਜਿਹੜਾ ਉਹ ਵੀ ਹੋ ਰਿਹਾ, ਫਾਈਲ ਦੇ ਸਿਰੇ ਪਹੁੰਚ ਗਈ ਵੀ ਹੈ। ਉਹ ਜਿਹੜੀ ਹੈਗੀ ਬੜਾ ਚੌਰ ਤੋਂ ਲੈ ਕੇ ਸੁੱਧੇ ਮਾਜਰੇ ਨੂੰ ਅਸੀਂ 18 ਫੁੱਟੀ ਸੜਕ ਬਣਾਉਣ ਜਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਿਹੜੀ ਇਹ ਬਹੁਤ ਦਿੱਕਤ ਆ ਰਹੀ ਹੈ, ਜ਼ਿਮੀਂਦਾਰਾਂ ਭਰਾਵਾਂ ਨੂੰ, ਖਾਸ ਕਰ ਮੇਰਿਆਂ ਨੂੰ, ਜਦੋਂ ਲੈ ਕੇ ਝੋਨਾ ਜਾਂਦੇ ਆ ਜਾਂ ਕਣਕ ਲੈ ਕੇ ਜਾਂਦੇ ਆ, ਕਿਉਂ ਸਾਡੇ ਹਸਪਤਾਲ ਵੀ ਇੱਧਰ ਹੀ ਹੈ ਬੜਾ ਚੌਰ ਵਿੱਚ, ਸਾਡੇ ਬੈਂਕ ਵੀ ਉੱਧਰ ਹੀ ਹੈ, ਸਾਰਾ ਕੁਝ ਜਿਹੜਾ ਹੈਗਾ ਸਾਰਾ ਉੱਧਰ ਹੀ ਹੈ। ਲੋਕਾਂ ਨੂੰ ਉੱਥੇ ਬੜਾ ਚੌਰ ਜਾਣਾ ਪੈਂਦਾ, ਉਸ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਉਹ ਵੀ ਜਲਦੀ ਜਿਹੜਾ ਨੇਪਰੇ ਚੜ੍ਹ ਜਾਣੀ ਹੈ। ਹੋਰ ਵੀ ਕੋਈ ਗਹੂਣ ਦਾ ਕੰਮ ਹੋਇਆ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ। ਮੈਂ ਤਾਂ ਇੱਕੋ ਹੀ ਗੱਲ ਦੱਸਾਂ, ਹੁਣ ਇੱਕ ਤੁਹਾਨੂੰ ਬਹੁਤ ਵਧੀਆ ਸੇਵਾਦਾਰ ਹੋਰ ਮਿਲ ਗਿਆ, ਚਰਨਜੀਤ ਚੰਨੀ CM, ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਹੈ। ਉਹ ਗਰੀਬ ਘਰੋਂ ਉੱਠ ਕੇ ਗਏ ਹੈ, ਤੁਹਾਨੂੰ ਪਤਾ ਉਹਨਾਂ ਨੂੰ ਗਰੀਬੀ ਦਾ ਪਤਾ, ਉਹਨਾਂ ਨੂੰ ਪਤਾ ਵੀ ਇਲਾਕੇ ਦੇ ਵਿੱਚ ਕਿਹੜੇ 'ਚ ਵਿਕਾਸ ਚਾਹੀਦਾ, ਕਿਹੜਾ ਕੰਮ ਹੋਣਾ ਚਾਹੀਦਾ। ਇਸੇ ਤਰ੍ਹਾਂ ਜਿਹੜੀ ਮਨਪ੍ਰੀਤ ਬਾਦਲ ਜੀ ਗੱਲ ਕੀਤੀ ਹੈ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਉਹਨਾਂ ਦਾ ਵੀ ਬੜਾ ਚੌਰ ਦੇ ਲਈ ਖਜ਼ਾਨੇ ਦਾ ਮੂੰਹ ਹਮੇਸ਼ਾ ਜਿਹੜਾ ਖੁੱਲ੍ਹਾ ਰਿਹਾ, ਕਦੇ ਉਹਨਾਂ ਨੇ ਮੈਨੂੰ ਨਾ ਨਹੀਂ ਕੀਤੀ। ਜਿੰਨੇ ਵੀ ਮੈਂ ਪੈਸੇ ਮੰਗਦਾ ਉਹ ਮੈਨੂੰ ਉਪਲਬਧ ਕਰਾਉਂਦੇ ਆ, ਸੋ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਜਿਹੜੇ ਮੇਰੇ ਰੱਬ ਵਰਗੇ ਜਿਨ੍ਹਾਂ ਨੇ ਮੈਨੂੰ ਸੇਵਾ ਦਿੱਤੀ ਹੈ ਸਾਰਿਆਂ ਨੇ, ਮੈਂ ਵੀ ਇਹ ਚਾਹੁੰਦਾ ਇਸ ਸੇਵਾ 'ਤੇ ਮੈਂ ਸਹੀ ਉਤਰਾਂ ਤਾਂ ਕਿ ਲੋਕੀ ਕੱਲ੍ਹ ਨੂੰ ਇਹ ਨਾ ਕਹਿਣ ਬਈ ਅਸੀਂ ਇਹਨਾਂ ਨੂੰ ਇੱਥੇ ਵਿਧਾਨ ਸਭਾ 'ਚ ਭੇਜਿਆ ਸੀਗਾ, ਇਹਨਾਂ ਨੇ ਜਾ ਕੇ ਵਿਧਾਨ ਸਭਾ 'ਚ ਚੌਕੀਦਾਰਾ ਪੂਰਾ ਨਹੀਂ ਕੀਤਾ, ਪਹਿਰਾ ਦਿੱਤਾ ਨਹੀਂ। ਪਰ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ, ਅਸੀਂ ਪਟਿਆਲੇ ਦੇ ਕਹਿ ਸਕਦਾ, ਬਾਦਲ ਪਿੰਡ ਦੇ ਕਹਿ ਸਕਦਾ, ਹੁਣ ਤਾਂ ਮੈਂ ਚਮਕੌਰ ਸਾਹਿਬ ਦੇ ਵੀ ਕਹਿ ਸਕਦਾ ਵੀ ਨਾਲ ਹੀ ਲਿਆ 115 ਕਰੋੜ ਦੀ ਲਾਗਤ ਦੇ ਨਾਲ ਅਸੀਂ ਜਿਹੜਾ ਹੈ ਉੱਥੇ ਚਮਕੌਰ ਸਾਹਿਬ 'ਤੇ ਜਿਹੜਾ ਹੈਗਾ ਪਨਿਆਲੀ ਨੂੰ ਪੁਲ ਬਣਾ ਰਹੇ ਹਾਂ। ਉਹ ਤੁਸੀਂ ਦੇਖਿਆ ਹੋਣਾ, ਉਹਦਾ ਜਿਹੜਾ ਹੈਗਾ ਸਭ ਤੋਂ ਫਾਇਦਾ ਜਿਹੜਾ ਹੈਗਾ ਸਾਨੂੰ ਬੜਾ ਚੌਰੀਆਂ ਨੂੰ। ਉਹਦੇ ਵਿੱਚ 32 ਏਕੜ ਸਾਡੀ ਇਸ ਇਲਾਕੇ ਦੀ ਜਿਹੜੀ ਜ਼ਮੀਨ ਅਕਵਾਇਰ ਹੋਈ ਬੜਾ ਚੌਰੀਆਂ ਦੀ, ਉਹਨਾਂ ਨੂੰ ਵੀ ਅਸੀਂ 70 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਦਵਾਇਆ ਜ਼ਿਮੀਂਦਾਰਾਂ ਨੂੰ, ਤਾਂ ਕਿ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਪੂਰਾ ਮੁਆਵਜ਼ਾ ਮਿਲ ਸਕੇ। ਸੋ ਮੈਂ ਕਹਿੰਦਾ ਦਾਅਵੇ ਨਾਲ ਕਹਿ ਸਕਦਾ, ਅੱਜ ਮੈਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਅੰਦਰੋਂ ਵੀ ਕਿ ਚਰਨਜੀਤ ਚੰਨੀ ਵਰਗਾ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਪਹਿਲਾਂ ਅਗਰ 1 ਸਾਲ ਦੇ ਵਿੱਚ ਹੋਰ ਮਿਲ ਜਾਂਦਾ ਤਾਂ ਪੂਰੀ ਜਿਹੜੀ ਹੈਗੀ ਨੁਹਾਰ ਅੱਜ ਪੰਜਾਬ ਦੀ ਬਦਲ ਦੇਣੀ ਸੀਗੀ। ਹੁਣ ਵੀ ਤੇਰੇ ਸਾਹਮਣੇ ਕਿੱਡੇ ਵੱਡੇ ਫੈਸਲੇ ਲਏ। 3 ਰੁਪਏ ਜਿਹੜਾ ਹੈਗਾ ਯੂਨਿਟ ਬਿਜਲੀ ਦਾ ਕੀਤਾ, ਤਾਂ ਜਿਹੜਾ ਹੈਗਾ 2 ਕਿਲੋਵਾਟ ਤੱਕ ਦੇ ਜਿਹੜੇ ਲੋਕਾਂ ਦੇ ਗਰੀਬ ਲੋਕਾਂ ਦੇ ਬਿੱਲ ਸੀਗੇ ਉਹ ਮਾਫ ਕੀਤੇ। ਇਸੇ ਤਰ੍ਹਾਂ ਜਿਹੜਾ ਹੈਗਾ ਹੈ
ਜਿਹੜੇ ਮੈਂ ਇੱਦਾਂ ਦੇ ਘਰ ਵੀ ਦੇਖੇ, ਤੁਸੀਂ ਤਾਂ ਆਪੇ ਪਿੰਡਾਂ 'ਚ ਹੀ ਰਹਿੰਦੇ ਆ, ਜਿਹੜੇ ਕਿ 150 ਰੁਪਈਆ ਪਾਣੀ ਦਾ ਬਿੱਲ ਨਹੀਂ ਦੇ ਸਕਦੇ ਸੀਗੇ। ਉਹਨਾਂ ਦਾ ਅਸੀਂ 1200 ਕਰੋੜ ਦੇ ਲਗਭਗ ਜਿਹੜਾ ਹੈਗਾ ਬਿੱਲ ਮਾਫ ਕੀਤਾ, ਔਰ 50 ਰੁਪਏ ਅੱਗੇ ਨੂੰ ਜਿਹੜਾ ਸਿਰਫ ਉਹਨਾਂ 'ਤੇ ਪਾਣੀ ਦਾ ਬਿੱਲ ਲੱਗੂਗਾ। ਹੋਰ ਵੀ ਇੱਦਾਂ ਦੇ ਕਈ ਫੈਸਲੇ, ਹੁਣ ਤੁਸੀਂ ਡੀਜ਼ਲ ਔਰ ਪੈਟਰੋਲ 'ਤੇ ਦੇਖਿਆ, ਉਹ ਵੀ ਬਹੁਤ ਵੱਡਾ ਫੈਸਲਾ ਲਿਆ। ਹੋਰ ਵੀ ਕੋਈ ਸਮਝ ਲਓ ਜਿਹੜਾ ਲੋਕਾਂ ਦੇ ਹਿੱਤ ਵਿੱਚ ਹੋਰ ਫੈਸਲੇ ਵੀ ਹੋਣਗੇ, ਉਹ ਵੀ ਜਲਦੀ ਅਸੀਂ ਲੈਣਗੇ। ਤੁਸੀਂ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਕੈਪਟਨ ਸਾਹਿਬ ਇਹ ਫੈਸਲੇ ਲੈਣ ਦੇ ਸਮਰੱਥ ਨਹੀਂ ਸੀਗੇ? ਕੈਪਟਨ ਸਾਹਿਬ ਸਮਰੱਥ ਸੀਗੇ। ਅਸਲੀ ਇਹ ਜਿਹੜਾ ਕਰੋਨਾ 1.5 ਸਾਲ ਰਿਹਾ ਹੈ, ਬਿਲ ਪਾਵਰ ਬੜੀ ਸਟਰੋਂਗ ਚਾਹੀਦੀ ਹੈ ਬਾਹਰ ਨਿਕਲਣ ਲਈ। ਕੈਪਟਨ ਸਾਹਿਬ ਜਿਹੜਾ ਹੈਗਾ, ਜਿਹੜੇ ਉਹਨਾਂ ਦੇ ਮੂਹਰੇ ਅਫਸਰਸ਼ਾਹੀ ਸੀਗੀ, ਉਹਨਾਂ ਨੇ ਉਹਨਾਂ ਨੂੰ ਨਿਕਲਣ ਹੀ ਨਹੀਂ ਦਿੱਤਾ। ਉਹ ਤੁਹਾਡੇ ਸਾਹਮਣੇ, ਉਹ ਤਾਂ ਇਸ ਤਰ੍ਹਾਂ ਦਾ ਪਾਣੀਆਂ ਦਾ ਰੱਖਾ ਕਿਹਾ ਜਾਂਦਾ ਉਹਨਾਂ ਨੂੰ। ਤਾਂ ਗੱਲ ਕਹਿਣ ਦਾ ਮੇਰਾ ਭਾਵ ਹੈ, ਜੇ ਉਹ ਅੱਜ ਕੱਲ੍ਹ ਲੋਕੀ ਸਾਰੇ ਚਾਹੁੰਦੇ, ਜਨਤਾ ਵੀ ਪਿੰਡਾਂ ਦੇ ਵਿੱਚ ਜਾ ਕੇ ਵਿਚਰੇ, ਲੋਕਾਂ ਦੀਆਂ ਤਕਲੀਫਾਂ ਸੁਣੇ। ਹੋਰ ਜਿਸ ਤਰ੍ਹਾਂ ਤੁਸੀਂ ਪਿੰਡਾਂ ਦੀ ਗੱਲ ਕਰਦੇ ਆ, ਗਹੂਣ ਦੀ ਵੀ ਗੱਲ ਕੀਤੀ ਹੈ, ਮੇਰੇ ਹਿਸਾਬ ਨਾਲ ਤੁਸੀਂ ਕਹਿੰਦੇ ਵੀ ਜਿੰਨੇ ਰਹਿੰਦੇ ਹੋਏ ਸਾਰੇ ਤਕਰੀਬਨ ਰਹਿੰਦੇ ਹੀ ਆ, ਸ਼ਾਇਦ ਇਹ ਪਹਿਲਾ ਹੀ ਕੰਮ ਜਿਹੜਾ ਹੋਣ ਲੱਗਾ ਆ, ਹਜੇ ਵੀ ਮੇਰੇ ਖਿਆਲ ਉਦਘਾਟਨ ਨਹੀਂ ਹੋਇਆ ਆ, ਕਿਤੇ ਲੱਗਦਾ ਹੈ ਨਹੀਂ। ਤੁਸੀਂ ਮੇਨ ਮੰਗ ਦੀ ਵੀ ਤੁਸੀਂ ਗੱਲ ਕੀਤੀ ਆ ਵੀ ਇਹ ਵੀ ਹੋ ਜਾਏਗਾ ਜਾਂ ਇਸ ਤਰ੍ਹਾਂ ਉਦਘਾਟਨ ਹੀ ਰਹਿ ਜਾਣਗੇ? ਮੇਰੀ ਗੱਲ ਸੁਣੋ, ਵੈਸੇ ਤਾਂ ਅੱਜ ਮੈਂ ਉਦਘਾਟਨ ਇਹਨਾਂ ਦੇ ਕਹਿਣੇ 'ਤੇ ਕਰ ਦਿੱਤਾ। ਮੈਂ ਹਮੇਸ਼ਾ ਹੀ ਪਹਿਲਾਂ ਜਿਹੜਾ ਕੰਮ ਸਟਾਰਟ ਕਰਕੇ ਫਿਰ ਮੈਂ ਕੰਮ ਚਾਲੂ ਕਰਦਾ ਹੁੰਦਾ। ਅੱਜ ਇਹਨਾਂ ਨੇ ਪਤਾ ਨਹੀਂ ਪੱਥਰ ਕਿਸ ਤਰ੍ਹਾਂ ਰੱਖ ਦਿੱਤੇ। ਮੇਰਾ ਇੱਕੋ ਹੀ ਏਮ ਹੁੰਦਾ ਹੈ, ਇਹ ਵੀ ਪਹਿਲੇ ਕੰਮ ਚਾਲੂ ਕਰਾਈਏ, ਉਸ ਤੋਂ ਬਾਅਦ ਪੱਥਰ ਰੱਖੀਏ। ਹੁਣ ਇੱਥੇ ਸਾਡੇ ਜੇਈ ਸਾਹਿਬ ਖੜੇ ਹੋਣੇ, ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਹੈਗਾ ਅਸੀਂ ਇਹ ਕੰਮ ਚਾਲੂ ਕਰਾਵਾਂਗੇ, ਤਾਂ ਕਿ ਜਿਹੜਾ ਹੈਗਾ ਪੈਸੇ ਮਨਜ਼ੂਰ ਦੀ ਗੱਲ ਨਹੀਂ। ਮੈਂ ਉਹ ਕਹਿੰਦਾ ਜਦੋਂ ਤੱਕ ਕੰਮ ਸਟਾਰਟ ਨਹੀਂ ਹੁੰਦਾ, ਤੁਹਾਡੀ ਵੀ ਗੱਲ ਸਹੀ ਹੈ, ਮੈਂ ਉਹ ਕੰਮ ਕਰਦਾ ਜਿਹੜਾ ਕੰਮ ਸਟਾਰਟ ਕਰਦੇ। ਸੋ ਹੁਣ ਇੱਕ ਸਾਨੂੰ ਵੀ ਤਾਂ ਹੀ ਸ਼ੱਕ ਹੁੰਦਾ ਨਾ, ਪਹਿਲਾਂ ਤੁਸੀਂ ਕਰਦੇ, ਕਿਉਂਕਿ ਆਪਾਂ ਵੀ ਇਹ ਕਹਿ ਰਹੇ ਹਾਂ ਵੀ ਉਦਘਾਟਨ ਕੀਤਾ, ਪੱਥਰ ਤੇ ਵੀ ਉਦਘਾਟਨ ਲਿਖਿਆ ਹੋਇਆ, ਪਰ ਜਿਹੜਾ ਗਰਾਊਂਡ ਲੈਵਲ ਤੇ ਦੇਖੀਏ ਜਾਂ ਸੜਕ 'ਚ ਦੇਖੀਏ, ਕੁਝ ਵੀ ਦਿਖਦਾ ਨਹੀਂ। ਮੈਂ ਇੱਕ ਦੱਸਦਾ, ਮੇਰਾ ਯਾਰ ਪਿਛਲੀਆਂ ਸਰਕਾਰਾਂ ਦਾ ਤੁਹਾਨੂੰ ਫਰਕ ਦੱਸ ਦਿੰਦਾ। ਉਹਨਾਂ ਦੇ ਪੱਥਰ ਲੱਗੇ, ਪੱਥਰ ਹੀ ਰਹਿ ਗਏ। ਅੱਜ ਤੁਸੀਂ ਬੰਗਾ ਦੇਖਿਆ ਹੋਣਾ, ਉਹ ਪਤਾ ਰੱਖਿਆ ਪੱਥਰ ਕਿੱਥੇ ਨੂੰ? ਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ। 10ਵੇਂ ਪਾਤਸ਼ਾਹ ਦੀ ਬਦੌਲਤ ਅੱਜ ਅਸੀਂ ਇੱਥੇ ਖੜੇ ਹਾਂ, ਨਹੀਂ ਅਸੀਂ ਇੱਕ ਨਹੀਂ ਸੀਗਾ ਹੋਣਾ। ਸੋ ਜਿਹੜਾ ਉਹਨਾਂ ਦੇ ਘਰਾਂ ਨੂੰ ਵੀ ਝੂਠ ਬੋਲ ਕੇ ਪੱਥਰ ਰੱਖੀ ਜਾਂਦੇ, ਹੋਰ ਨਹੀਂ। ਉਹੀ ਲੱਗਦਾ ਨਾ ਵੀ ਰਾਜਨੇਤਾ ਪੱਥਰ ਰੱਖ ਦਿੰਦੇ ਆ, ਹੁੰਦਾ ਹੈ ਨਹੀਂ। ਤੁਹਾਨੂੰ ਤੁਸੀਂ ਅਨੰਦਪੁਰ ਦੀ ਗੱਲ ਕਰਦੇ, ਫਗਵਾੜੇ ਦੀ ਗੱਲ ਕਰਦੇ ਆ, ਚਲੋ ਪਹਿਲਾਂ ਤੁਸੀਂ ਆਪਣੀ ਦੱਸੋ। ਮੈਂ ਰਾਜਨੇਤਾ ਨਹੀਂ ਹੋ ਰਿਹਾ, ਮੈਂ ਇਹਨਾਂ ਦਾ ਇੱਕ ਸੇਵਾਦਾਰ ਹਾਂ। ਜਿੱਦਾਂ ਕੋਈ ਪਿੰਡ ਦਾ ਸਰਪੰਚ ਸੇਵਾਦਾਰ ਹੈ, ਮੈਂ ਬਲਾਚੌਰ ਪੂਰੇ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ, ਇੱਕ ਹਫ਼ਤੇ ਦੇ ਵਿੱਚ ਅਸੀਂ ਜਿਹੜਾ ਇਹਦਾ ਕੰਮ ਤਾਂ ਕਹਿ ਰਹੇ ਨੇ। ਜਿਸ ਤਰ੍ਹਾਂ ਤੁਸੀਂ ਚੰਦੂ ਮਾਜਰਾ ਸਾਹਿਬ ਦੀ ਗੱਲ ਕੀਤੀ, ਉਹ ਪੱਥਰ ਦਾ ਪੱਥਰ ਰਹਿ ਗਿਆ। ਇਸ ਤੋਂ ਪਹਿਲਾਂ ਹੀ ਸਾਡੇ ਪਿੰਡ ਦੇ ਵਿੱਚ ਪਿੱਪਲ ਦੇ ਥੱਲੇ ਸਮਾਰਟ ਵਿਲੇਜ ਨਾਂ ਦਾ ਇੱਕ ਪੱਥਰ ਰੱਖਿਆ ਹੋਇਆ। ਸਮਾਰਟ ਵਿਲੇਜ ਬਣਿਆ ਨਹੀਂ ਬਣਿਆ, ਤੁਸੀਂ ਅੱਖੀ ਵੀ ਦੇਖ ਲਿਆ ਪਿੰਡ, ਉਹ ਵੀ ਪੱਥਰ ਦਾ ਪੱਥਰ ਹੀ ਰਹਿ ਗਿਆ, ਵੀ ਇਦਾਂ ਨਾ ਰਹਿ ਜਾਵੇ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਆਪਣੀ ਗੱਲ ਕਹਿ ਸਕਦਾ, ਮੈਂ ਦੂਜਿਆਂ ਦੀ ਤਾਂ ਗੱਲ ਕਹਿੰਦਾ ਨਹੀਂ। ਵੈਸੇ ਤਾਂ ਕਿੰਤੂ ਪਰੰਤੂ ਕਰਨਾ ਨਹੀਂ ਚਾਹੀਦਾ, ਜਿਹੜਾ ਕਰਦਾ ਉਹ ਆਪੇ ਸਜ਼ਾ ਭੁਗਤ ਲੈਂਦਾ। ਔਰ ਸਾਡਾ ਬਲਾਚੌਰ ਜਿਹੜਾ ਬਲਾਚੌਰ ਦੇ ਨਜ਼ਦੀਕ ਗਹੂਣ ਪਿੰਡ ਹੈ, ਇੱਥੇ ਆਵਾਜਾਈ ਦਾ ਬਹੁਤ ਆਣ ਜਾਣ ਹੈ, ਇਹਦੀ ਜ਼ਰੂਰਤ ਵੀ ਸੀਗੀ। ਮੈਂ ਤੁਹਾਨੂੰ ਅੱਜ ਵੀ ਤੁਹਾਡੇ ਚੈਨਲ ਥਰੂ ਕਹਿੰਦਾ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦਾ ਕੰਮ ਚਾਲੂ ਹੋ ਜਾਊਗਾ, ਤਾਂ ਕਿ ਇਹਦਾ ਅਸੀਂ ਪੈਸਾ ਮਨਜ਼ੂਰ ਕਰਾਤਾ। ਇੱਕ ਤਾਂ ਪੈਸਾ ਨਹੀਂ ਮਨਜ਼ੂਰ ਹੁੰਦਾ, ਪੈਸਾ ਮਨਜ਼ੂਰ ਕਰਾਤਾ। ਪੈਸਾ ਮਨਜ਼ੂਰ ਕਰਤਾ, ਹੁਣ ਠੇਕੇਦਾਰ ਜਿਹਨੂੰ ਵੀ ਦਿੱਤਾ ਹੋਇਆ, ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਕੰਮ ਚਾਲੂ ਇੱਦਾਂ ਨਾ ਹੋਵੇ। ਪਿਛਲੀ ਵਾਰ ਵੀ ਥੋੜ੍ਹੇ ਦਿਨ ਪਹਿਲਾਂ ਵੀ ਤੁਸੀਂ ਆਏ ਸੀਗੇ, ਉਦੋਂ ਤੁਸੀਂ 30 ਤਰੀਕ ਦੇ ਗਏ ਸੀਗੇ ਵੀ 30 ਤਰੀਕ ਨੂੰ ਕੰਮ ਸ਼ੁਰੂ ਹੋ ਜਾਏਗਾ। ਤੁਸੀਂ ਐਸਡੀਓ ਨਾਲ ਵੀ ਫੋਨ ਤੇ ਗੱਲ ਕੀਤੀ ਸੀਗੀ, ਪਰ ਉਹ ਵੀ ਨਹੀਂ ਹੋਇਆ। ਅੱਜ ਦੇਖ ਲਓ ਕਿੰਨੀ 9 ਤਰੀਕ ਹੋ ਗਈ ਜੀ। ਕੋਈ ਗੱਲ ਨਹੀਂ, ਮੈਂ ਹੁਣ ਫਿਰ ਐਸਡੀਓ ਆਪਣੇ ਆਪ ਸੋਚੇ ਵੀ ਕਿਆ ਹੋਊਗਾ ਮੇਰੇ ਨਾਲ। ਸੋ ਮੈਂ ਅੱਜ ਫਿਰ ਮੈਂ ਇੱਕੋ ਹੀ ਦੱਸਦਾ, ਜੇ ਇਹ 'ਤੇ ਐਕਸ਼ਨ ਨਾ ਹੋਇਆ ਤਾਂ ਮੈਂ ਐਕਸ਼ਨ ਜ਼ਰੂਰ ਲੈ ਲੂँਗਾ। ਸੋ ਮੈਂ ਅੱਜ ਫਿਰ ਮੈਂ ਕਹਿੰਦਾ, ਮੈਂ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਕੋਈ ਇਸ ਹਲਕੇ ਦਾ ਐਮਐਲਏ ਨਹੀਂ ਆਪਣੇ ਆਪ ਨੂੰ ਸਮਝਦਾ। ਮੈਂ ਇੱਥੇ ਦਾ ਸੇਵਾਦਾਰ ਹਾਂ, ਸੇਵਾਦਾਰ ਬਣ ਕੇ ਰਹਿਣਾ, ਸੇਵਾਦਾਰ ਬਣ ਕੇ ਕੰਮ ਕਰਨਾ, ਸੇਵਾਦਾਰ ਬਣ ਕੇ ਤੁਹਾਡੇ ਸਾਹਮਣੇ ਰਹਾਂਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ, ਜਿਨ੍ਹਾਂ ਨੇ ਅੱਜ ਪਿੰਡ ਗਹੂਣ ਦੇ ਵਿੱਚ 2 ਸੜਕਾਂ ਦਾ ਜਿਹੜਾ ਉਦਘਾਟਨ ਕੀਤਾ ਤੇ ਇਹ ਵਾਅਦਾ ਵੀ ਕੀਤਾ ਕਿ ਉਦਘਾਟਨ ਨਹੀਂ ਰਹਿ ਜਾਣਗੇ। ਜਲਦ ਹੀ ਜਿਹੜਾ ਹੈ ਇਹਨਾਂ ਤੇ ਕੰਮ ਵੀ ਸ਼ੁਰੂ ਹੋ ਜਾਏਗਾ। ਇਹਨਾਂ ਨੇ ਫਿਰ ਇੱਕ ਵਾਰ ਹਫ਼ਤੇ ਦਾ ਜਿਹੜਾ ਟਾਈਮ ਦਿੱਤਾ ਹੈ ਵੀ ਹਫ਼ਤੇ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜਾਏਗਾ। ਤੇ ਉਸ ਤੋਂ ਇਲਾਵਾ ਵੀ ਜਿਹੜੀ ਪਿੰਡ ਗਹੂਣ ਦੀ ਮੁੱਖ ਮੰਗ ਸੀਗੀ, ਜਿਹੜੀ ਬਲਾਚੌਰ ਤੋਂ ਸੁੱਧੇ ਮਾਜਰੇ ਨੂੰ ਜਾਂਦੀ ਸੜਕ ਹੈ, ਉਹਦੇ ਬਾਰੇ ਵੀ ਇਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਬਣਾ ਦਿੱਤੀ ਜਾਊਗੀ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ
ਜਾਵੇਗਾ ਵੀ ਇਹ ਜਿਹੜੇ ਵਾਅਦੇ ਆ ਜਾਂ ਉਦਘਾਟਨ ਕੀਤੇ ਜਾਂਦੇ ਅਸਲ ਦੇ ਵਿੱਚ ਵੀ ਇਹ ਬਣਦੇ ਆ ਜਾਂ ਇਸੇ ਤਰ੍ਹਾਂ ਹੀ ਲਾਰੇ ਔਰ ਵਾਅਦੇ ਹੀ ਰਹਿ ਜਾਂਦੇ ਆ। ਇਹ ਆਉਣ ਵਾਲਾ ਸਮਾਂ ਦੱਸੇਗਾ। ਸਮੇਂ ਦੀ ਗਰਭ ਹੈ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭਰ ਟੀਵੀ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅਮਰਿਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗਹੂਣ। ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਅੱਜ ਇੱਥੇ ਪਿੰਡ ਗਹੂਣ ਪਹੁੰਚ ਕੇ ਜਿਹੜੀ ਆ ਉਸ 2 ਸੜਕਾਂ ਦਾ ਉਦਘਾਟਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਪਿੰਡ ਗਹੂਣ ਦੀ ਫਿਰਨੀ ਅਤੇ ਨਾਲ ਦੂਸਰੀ ਗਹੂਣ ਸਕੂਲ ਤੋਂ ਲੈ ਕੇ ਜਿਹੜੀ ਜੀਟੀ ਰੋਡ ਨੂੰ ਜਾਂਦੀ ਹੈ ਤੇ ਟੋਟਲ ਜਿਹੜੀ ਰੱਕੜਾ ਨਿਊ ਕਲੋਨੀ ਤੱਕ ਹੈ ਉੱਥੇ ਤੱਕ ਜਿਹੜਾ ਉਦਘਾਟਨ ਵੀ ਕੀਤਾ ਗਿਆ। ਸਾਡੇ ਨਾਲ ਰੱਕੜਾ ਬੇਟ ਨਿਊ ਕਲੋਨੀ ਦੇ ਜਿਹੜੇ ਮੁਤਬਰ ਵੀ ਹਾਜ਼ਰ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਜਿਹੜਾ ਚੌਧਰੀ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ, ਇਹ ਕੀ ਸੀਗਾ, ਕਦੋਂ ਕਦੋਂ ਦੀ ਲਟਕਦੀ ਸੀਗੀ ਸੜਕ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਅੱਜ ਸਾਡੇ ਵਿੱਚ ਨਿਊਜ਼ ਚੈਨਲ ਨਿਰਭਉ ਟੀਵੀ, ਇਹਨਾਂ ਦੀ ਟੀਮ ਦਾ, ਮੈਂ ਆਈ ਹੋਈ ਟੀਮ ਦਾ ਬਹੁਤ ਹੀ ਸਤਿਕਾਰ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅੱਜ ਸਾਡੇ ਇਲਾਕੇ ਦੇ ਚੌਧਰੀ MLA ਸਾਹਿਬ ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ ਆਏ ਹਨ ਤੇ ਉਹ ਉਦਘਾਟਨ ਕਰਕੇ ਗਏ ਹਨ। ਗਹੂਣ ਸਕੂਲ ਤੋਂ ਲੈ ਕੇ ਨਿਊ ਕਲੋਨੀ ਰੱਕੜਾ ਬੇੜ ਤੱਕ ਜੋ ਰੋਡ ਕਾਫੀ ਅਰਸੇ ਤੋਂ ਲਟਕ ਰਿਹਾ ਸੀਗਾ, ਘੱਟੋ ਘੱਟ ਵੀ 20 ਸਾਲ ਸਾਨੂੰ, ਅਸੀਂ ਵੀ ਇੱਥੇ ਜੰਮੇ ਪਲੇ ਹਾਂ, 20 ਸਾਲ ਘੱਟੋ ਘੱਟ ਸਰਕਾਰਾਂ ਸਾਡੀਆਂ ਪੰਚਾਇਤਾਂ ਬਣਦਿਆਂ ਨੂੰ ਹੋ ਗਏ। ਲੇਕਿਨ ਆਹ ਹੁਣ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਜੋ 18,70,000 ਰੁਪਏ ਕਰੀਬ ਇਹ ਰੋਡ ਦੇ ਉੱਪਰ ਲਾਗਤ ਹੈ। ਇਹ ਰੋਡ ਸਾਡਾ ਹਾਈਵੇ ਨੂੰ ਜਾ ਕੇ ਮਿਲੂਗਾ ਤੇ ਸਭ ਤੋਂ ਵੱਧ ਫਾਇਦਾ ਸਾਡੇ ਆਲੇ ਦੁਆਲੇ ਦੇ ਪਿੰਡਾਂ ਨੂੰ ਅਤੇ ਜਿਹੜੇ ਸਕੂਲ ਦੇ ਵਿੱਚ ਬੱਚੇ ਬਰਸਾਤ ਦੇ ਟਾਈਮ ਤੇ ਤੰਗੀ ਉਠਾਉਂਦੇ ਸੀ, ਡਿੱਗ ਜਾਂਦੇ, ਵਰਦੀਆਂ ਖਰਾਬ ਹੋ ਜਾਂਦੀਆਂ ਸੀ, ਘਰਦਿਆਂ ਤੋਂ ਉਹਨਾਂ ਨੂੰ ਡਾਂਟ ਲੱਗ ਪੈਂਦੀ ਸੀ, ਮਾਸਟਰਾਂ ਤੋਂ ਅਲੱਗ। ਤਾਂ ਮੈਂ ਧੰਨਵਾਦੀ ਹਾਂ ਇਹਨਾਂ ਦਾ, ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ ਦਾ, ਜਿਨ੍ਹਾਂ ਨੇ ਸਾਡੇ ਬਾਰੇ ਨਾਲੇ ਸਾਡੇ ਬੱਚਿਆਂ ਬਾਰੇ ਸੋਚਿਆ। ਬਹੁਤ ਬਹੁਤ ਸ਼ੁਕਰਾਨਾ ਜੀ, ਧੰਨਵਾਦ। ਇਹ ਕਿੰਨੇ ਕੁ ਚਿਰ ਤੋਂ ਜਿਹੜੀ ਸੜਕ ਲਟਕ ਰਹੀ ਸੀਗੀ, ਚਾਹੇ ਪੁਰਾਣੀ ਸਰਕਾਰ ਦੀ ਗੱਲ ਕਰ ਲਈ ਜਾਂ ਇਸ ਸਰਕਾਰ ਤੋਂ ਹੁਣ ਉਮੀਦ ਹੈਗੀ ਵੀ ਬਣ ਵੀ ਜਾਊਗੀ? ਹਾਂਜੀ ਸਰ, 100% ਉਮੀਦ ਹੈ। ਇਹਨਾਂ ਦੇ ਟੈਂਡਰ ਹੋ ਚੁੱਕੇ ਹਨ ਜੀ, ਜੋ ਸਾਨੂੰ ਚਿੱਠੀਆਂ ਮਿੱਟੀ ਪਾਉਣ ਲਈ ਆ ਗਈਆਂ ਹਨ ਤੇ ਇਹ ਹਫ਼ਤਾ 10 ਦਿਨ ਦੇ ਅੰਦਰ ਹੀ ਅਸੀਂ ਮਤਲਬ ਤੁਹਾਡੇ ਸਾਹਮਣੇ ਹੀ ਜੋ ਕਾਰਵਾਈ ਆਪਾਂ ਸ਼ੁਰੂ ਕਰ ਦਾਂਗੇ। ਅਸੀਂ ਮਨਰੇਗਾ ਦੇ ਬੰਦੇ ਲਾ ਵੀ ਚੁੱਕੇ ਹਾਂ ਜੀ, ਉਹ ਇੱਟਾਂ ਪੱਟ ਰਹੇ ਸਾਡੀਆਂ ਪੁਰਾਣੀਆਂ, ਕੁਛ ਇੱਟਾਂ ਪੰਚਾਇਤ ਨੇ ਲਾਈਆਂ ਹੋਈਆਂ ਸੀ ਉਹ 600 ਮੀਟਰ ਦੇ ਏਰੀਏ ਦੇ ਵਿੱਚ, ਤੇ ਉਹ ਅਸੀਂ ਮਨਰੇਗਾ ਲਾ ਕੇ ਪੱਟ ਰਹੇ ਹਾਂ। ਤੇ ਆਹ ਮਿੱਟੀ ਪਾਉਣ ਦਾ ਕੰਮ ਵੀ 1-2 ਦਿਨਾਂ ਦੇ ਵਿੱਚ ਸ਼ੁਰੂ ਕਰ ਦੇਵਾਂਗੇ ਜੀ ਪਿੰਡ ਵਾਲਿਆਂ ਦੇ ਸਹਿਯੋਗ ਨਾਲ। ਤੇ ਇਹ 101% ਸਾਨੂੰ ਉਮੀਦ ਹੈ ਜੀ। ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ ਸਾਡੇ ਲਈ ਤਾਂ ਇੱਕ ਰਹਿਬਰ ਦਾ ਮਤਲਬ ਸਾਡੇ ਪਿੰਡ ਲਈ ਆਏਗੇ, ਕਿਉਂਕਿ ਸਾਡੇ ਅਜੇ ਪਿੰਡ ਦੀ ਜਮ੍ਹਾਂਬੰਦੀ ਨਹੀਂ ਹੋਈ ਕਿਸੇ ਕਾਰਨ ਵਸ ਜੀ। ਲੇਕਿਨ ਜੋ ਵੀ ਅਸੀਂ ਸਮੱਸਿਆ ਆਪਣੇ ਪਿੰਡ ਦੀ ਇਹਨਾਂ ਕੋਲ ਲੈ ਕੇ ਗਏ ਹਾਂ, ਇਹਨਾਂ ਦੇ ਦਰਬਾਰ ਵਿੱਚੋਂ ਖਾਲੀ ਨਹੀਂ ਆਏ। ਤਾਂ ਮੈਂ ਧੰਨਵਾਦੀ ਹਾਂ ਫਿਰ ਤੋਂ ਜੀ MLA ਸਾਹਿਬ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ, ਤੇ ਕਿ ਜਿਹੜੇ ਇਹਨਾਂ ਨੇ ਸਾਡੇ ਪਿੰਡ ਬਾਰੇ ਸੋਚਿਆ ਜੀ। ਇਹ ਸਨ ਸਾਡੇ ਨਾਲ ਰੱਕੜਾ ਨਿਊ ਕਲੋਨੀ ਵੇੜ ਦੇ ਪਿੰਡ ਵਾਸੀ, ਜਿਨ੍ਹਾਂ ਨੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦਾ ਧੰਨਵਾਦ ਕੀਤਾ, ਕਿਉਂਕਿ ਬੜੇ ਲੰਮੇ ਅਰਸੇ ਤੋਂ ਜਿਹੜੀ ਇਹ ਸੜਕ ਅੱਜ ਤੱਕ ਬਣੀ ਨਹੀਂ ਸੀਗੀ। ਪਹਿਲਾਂ ਸਰਕਾਰਾਂ ਨੂੰ, ਪਹਿਲਾਂ ਰਹਿ ਚੁੱਕੇ ਵਿਧਾਇਕਾਂ ਨੂੰ ਵੀ ਇਹਨਾਂ ਨੇ ਗਹਾਰ ਲਾ ਕੇ ਦੇਖ ਲਈ ਸੀਗੀ, ਜਦ ਕਿ ਇਹ ਸੜਕ ਬਹੁਤ ਜ਼ਰੂਰੀ ਸੀ, ਕਿਉਂਕਿ ਇੱਥੇ ਗਹੂਣ ਸਕੂਲ ਹੈ ਜਿਹਦੇ ਵਿੱਚ ਘੱਟੋ ਘੱਟ 10-12 ਪਿੰਡਾਂ ਤੋਂ ਬੱਚੇ ਆ ਕੇ ਪੜ੍ਹਦੇ ਨੇ। ਹਾਈਵੇ ਕਰਕੇ ਸਿਰਫ ਕੱਟ ਜਿਹੜਾ ਉਹ ਰੱਕੜਾ ਨਿਊ ਕਲੋਨੀ ਵੇਟ ਦੇ ਕੋਲ ਹੀ ਸੀ ਤੇ ਇਸੇ ਕਰਕੇ ਪਿੰਡ ਦੀ ਵੀ ਬੜੀ ਸਮੱਸਿਆ ਸੀਗੀ। ਬਰਸਾਤਾਂ ਦੇ ਦਿਨਾਂ ਤਾਂ ਇੱਥੋਂ ਲੰਘਣਾ ਵੀ ਔਖਾ ਹੋ ਜਾਂਦਾ ਸੀਗਾ ਤੇ ਇਸ ਸੜਕ ਦੀ ਸੁਣੀ ਗਈ ਹੈ। ਇਹਨਾਂ ਨੂੰ ਆਸ ਵੀ ਵੱਜੀ ਹੈ, ਅੱਜ ਉਦਘਾਟਨ ਕੀਤਾ ਹੈ। ਜਲਦੀ ਅਸੀਂ ਵੀ ਆਸ ਰੱਖਦੇ ਹਾਂ ਕਿ ਜਿਹੜੀ ਸੜਕ ਬਣ ਜਾਏਗੀ ਤੇ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ। ਪਿੰਡ ਗਹੂਣ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਤੇ ਸਾਬਕਾ ਸਰਪੰਚ ਵੀ ਸਾਡੇ ਨਾਲ ਇੱਥੇ ਮੌਜੂਦ ਨੇ। ਇਹਨਾਂ ਨਾਲ ਗੱਲ ਕਰਦੇ ਹਾਂ। ਅੱਜ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਫਿਰਨੀ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ ਤੇ ਨਾਲ ਸਕੂਲ ਤੋਂ ਜਿਹੜੀ ਹਾਈਵੇ ਨੂੰ ਸੜਕ ਜਾਂਦੀ ਉਹਦਾ ਉਦਘਾਟਨ ਕੀਤਾ ਗਿਆ ਹੈ। ਇਹ ਕਿਸ ਤਰ੍ਹਾਂ ਦੇਖਦੇ ਆ ਸਰਪੰਚ ਸਾਹਿਬ? ਅੱਜ ਵਿਧਾਇਕ ਸਾਹਿਬ ਨੇ ਜਿਹੜਾ ਉਦਘਾਟਨ ਕੀਤਾ ਹੈ, ਕਾਫੀ ਚਿਰਾਂ ਤੋਂ ਲਟਕੀ ਹੋਈ ਮੰਗ ਸੀਗੀ, ਕਿੱਦਾਂ ਦੇਖਦੇ ਆ? ਹਾਂਜੀ, ਅਸੀਂ ਇਹ ਵਿਧਾਇਕ ਸਾਹਿਬ ਕੋਲ ਤਕਰੀਬਨ 3-4 ਵਾਰੀ ਜਦ ਮੈਂ ਸਰਪੰਚ ਬਣਿਆ ਵੀ ਜਦ ਵੀ ਮੈਂ ਜਾ ਕੇ ਆਇਆ ਤੇ 4-5 ਵਾਰੀ ਹੁਣ ਵੀ ਗਏ। ਇਹ 25 ਸਾਲ ਤੋਂ ਜਿਹੜੀ ਪੁਰਾਣੀ ਸੜਕ ਸੀਗੀ ਜੀ, ਜਿਹੜੀ ਸਾਡੇ ਪਿੰਡ ਨੂੰ ਜਾਣੀ, ਇਹਦੇ ਵਿੱਚ ਬਹੁਤ ਟੋਏ ਪਏ ਹੋਏ ਸਨ ਤੇ ਇੱਟਾਂ ਦੀ ਬਣੀ ਹੋਈ ਜਾਣੀ ਜਰਲਾ ਥੈਂ ਪਾਣੀ ਖੜਾ ਰਹਿੰਦਾ ਸੀਗਾ ਜੀ। ਇਸ ਕਰਕੇ ਉਹਨਾਂ ਨੇ ਸਾਨੂੰ ਇਹ ਜਿਹੜਾ ਅਸੀਂ ਮੰਗ ਕੀਤੀ ਕਿ ਸਾਨੂੰ ਸੜਕ ਦੀ, ਇਹ ਸਾਡੀ ਸੜਕ ਬਣਾਈ ਜਾਵੇ, ਇਹ ਸਾਡੀ ਮੰਗ ਨੂੰ ਪੂਰਾ ਕੀਤਾ ਜੀ। ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ, ਵਿਧਾਇਕ ਸਾਹਿਬ ਨੇ ਵੀ ਕਿਹਾ ਵੀ ਸਾਰੇ ਜਿੰਨੀਆਂ ਵੀ ਗਹੂਣ ਦੀਆਂ ਮੰਗਾਂ ਹੋ ਜਾਣਗੀਆਂ ਪੂਰੀਆਂ ਕਰ ਦਿਓ। ਮੇਰੇ ਹਿਸਾਬ ਨਾਲ ਜਿੱਦਾਂ ਤੁਸੀਂ ਵੀ ਕਿਹਾ ਵੀ ਸਭ ਤੋਂ ਪਹਿਲੀ ਮੰਗ ਕੀਤੀ ਗਈ ਹੋਈ ਸੀਗੀ, ਅਜੇ ਵਿਧਾਇਕ ਉਦੋਂ MLA ਵੀ ਨਹੀਂ ਬਣੇ ਸੀਗੇ ਜਦੋਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਬਣਾਵਾਂਗੇ। ਹੁਣ ਤਕਰੀਬਨ ਸਰਕਾਰ ਜਾਣ ਦੇ ਕਿਨਾਰੇ ਆ, ਸਿਰਫ
ਚੁਣਨ ਦਾ ਦਿਨ ਰਹਿ ਗਏ ਨੇ ਤੇ ਹੁਣ ਅਜੇ ਉਦਘਾਟਨ ਕਰਕੇ ਜਾ ਰਹੇ ਕਿ ਆਸ ਹੈਗੀ ਵੀ ਬਣ ਜਾਏਗੀ। ਹਾਂਜੀ ਹਾਂਜੀ, ਆਸ ਪੂਰੀ ਹੈ ਕਿਉਂਕਿ ਜਿਹੜੀ ਸਾਡੀ ਮੰਡੀ ਬੋਰਡ 'ਚ ਸੜਕ ਬਣਾਉਣ ਦੀ ਪਹਿਲੀ ਮੰਗ ਸੀਗੀ ਜੀ। ਬਾਕੀ ਜਿਹੜੀਆਂ ਸਾਡੀਆਂ ਹੋਰ ਮੰਗਾਂ ਸੀਗੀਆਂ, ਜੋ ਸੜਕ ਦਾ ਗਲੀਆਂ ਨਾਲੀਆਂ ਦਾ ਹੋਰ ਜਿਹੜਾ ਕੰਮ ਕਰਾਇਆ ਉਹ ਸਾਡਾ ਅਲੱਗ ਸੀਗਾ। ਇਹ ਜਿਹੜੀ ਸੜਕ ਸਾਡੀ ਮੰਡੀ ਬੋਰਡ 'ਚ ਹੀ ਸਾਨੂੰ ਬਣਨ 'ਚ ਫਾਇਦੇਮੰਦ ਸੀਗੀ ਕਿਉਂਕਿ ਇਹ 400 ਮੀਟਰ ਲੰਬੀ ਹੈ ਜੀ। ਇਹ ਲਗਭਗ 9,60,000 ਦੇ ਕਰੀਬ ਇਹਦੇ ਤੇ ਜਿਹੜਾ ਪੰਜਾਬ ਮੰਡੀ ਬੋਰਡ ਦਾ ਖਰਚਾ ਆਣਾ ਹੈ। ਇਸ ਕਰਕੇ ਸਾਡੀ ਜਿਹੜੀ ਇਹ ਪੰਜਾਬ ਮੰਡੀ ਬੋਰਡ ਨੂੰ ਮਤਲਬ ਐਮਐਲਏ ਸਾਹਿਬ ਨੂੰ ਪੰਜਾਬ ਮੰਡੀ ਬੋਰਡ ਦੀ ਪਹਿਲੀ ਮੰਗ ਸੀਗੀ। ਜਿਹੜੀਆਂ ਬਾਕੀ ਸਾਡੇ ਪਿੰਡ ਦੀਆਂ ਮਤਲਬ ਹੋਰ ਗਲੀਆਂ ਜਾਂ ਨਾਲੀਆਂ ਜਾਂ ਸੜਕਾਂ ਜਾਂ ਸ਼ਮਸ਼ਾਨ ਘਾਟ ਲਈ ਉਹ ਅੱਗੇ ਵੀ ਸਾਨੂੰ ਉਹ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਅਸੀਂ ਉਹਨਾਂ ਕੋਲ ਜਾਂਦੇ ਰਹੇ ਸਾਨੂੰ ਪੈਸਿਆਂ ਦੇ ਗੱਫੇ ਜਿੰਨੇ ਵੀ ਉਹਨਾਂ ਕੋਲ ਵੱਧ ਤੋਂ ਵੱਧ ਹੁੰਦੇ ਸੀਗੇ ਤਾਂ ਉਹ ਕਰਦੇ ਰਹੇ ਜੀ। ਜਿਸ ਤਰ੍ਹਾਂ ਇੱਕ ਗਹੂਣ ਪਿੰਡ ਦੀ ਮੁੱਖ ਮੰਗ ਹੈ, ਅੱਜ ਵੀ ਉਹਦੀ ਚਰਚਾ ਹੋਈ ਹੈ। ਐਮਐਲਏ ਸਾਹਿਬ ਨੇ ਵੀ ਕਿਹਾ ਵੀ ਉਹ ਜਲਦੀ ਪੂਰੀ ਕਰ ਦਿੱਤੀ ਜਾਊਗੀ। ਜਿਹੜੀ ਸ਼ਹਿਰ ਤੋਂ ਪਿੰਡ ਤੋਂ ਹੁੰਦੀ ਹੋਈ ਜਿਹੜੀ ਹਾਈਵੇ ਨੂੰ ਸੜਕ ਨਿਕਲਦੀ ਆ, ਇਹਦਾ ਜਿਹੜਾ ਭਰੋਸਾ ਅੱਜ ਦੇ ਕੇ ਗਏ ਆ, ਪੂਰੀ ਤਰ੍ਹਾਂ ਭਰੋਸਾ ਹੀ ਹੈ ਜਾਂ ਵਾਅਦਾ ਹੀ ਹੈ ਜਾਂ ਸੱਚ ਵਿੱਚ ਬਣ ਵੀ ਜਾਏਗੀ ਜੀ? ਦੇਖੋ ਜੀ, ਇਹਦੀ ਪੂਰੀ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਸੜਕ ਬਣੂਗੀ ਜੀ ਕਿਉਂਕਿ ਐਮਐਲਏ ਸਾਹਿਬ ਨੂੰ ਵੀ ਪਤਾ ਹੈ। ਅਸੀਂ 2-3 ਵਾਰੀ ਸਾਰੇ ਸਰਪੰਚ 8-10 ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਐਮਐਲਏ ਸਾਹਿਬ ਕੋਲ ਗਏ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਇਹ ਸੜਕ ਮੈਂ ਕਿਸੇ ਵੀ ਹਾਲਤ 'ਚ ਲੈ ਕੇ ਆਵਾਂ। ਹੁਣ ਵੀ ਚਲੋ ਅੱਜ ਸਾਡੇ ਕੋਲ ਜਿੱਦਾਂ ਅੱਜ ਆ ਕੇ ਗਏ ਜੀ ਇੱਥੇ, ਇਹਨਾਂ ਨੇ ਹੁਣ ਵੀ ਕਿਹਾ ਵੀ ਅਸੀਂ ਉਹ ਸੜਕ ਕਿਸੇ ਵੀ ਤਰ੍ਹਾਂ ਇਹ ਮੁਕੰਮਲ ਜ਼ਰੂਰ ਕਰਾਵਾਂਗੇ ਜੀ। ਜਿੱਦਾਂ ਐਮਐਲਏ ਸਾਹਿਬ ਨੇ ਹੋਰ ਵੀ ਗੱਲ ਕੀਤੀ ਵੀ ਜਿਹੜੇ ਰਹਿੰਦੇ ਕੰਮ ਹੈ ਉਹ ਵੀ ਕਰਾ ਦਿੱਤੇ ਜਾਣਗੇ। ਹੋਰ ਕਿਹੜੇ ਇਸ ਤੋਂ ਇਲਾਵਾ ਕੰਮ ਰਹਿ ਗਏ ਜੀ? ਇਸ ਤੋਂ ਬਾਅਦ ਸਾਡੇ ਪਿੰਡ ਨੂੰ ਜਿਹੜੀ ਜਾਣ ਵਾਲੀ ਸ਼ਮਸ਼ਾਨ ਘਾਟ ਨੂੰ ਜਿਹੜੀ ਮੰਡੀ ਬੋਰਡ ਵੱਲੋਂ ਸੜਕ ਬਣਨੀ ਆ, ਉਹਦੀ ਜਿਹੜੀ ਮਿਣਤੀ ਉਹ ਹੋ ਗਈ ਹੈ ਜੀ। ਉਹਦਾ ਟੈਂਡਰ ਹਜੇ ਨਹੀਂ ਲੱਗਿਆ ਜੀ। ਦੇਖੋ ਜਦ ਹਜੇ ਬਾਕੀ ਇੱਕ ਸਾਡੀ ਜਿਹੜੀ ਆਪਣੇ ਗਹੂਣ ਤੋਂ ਡੇਰਾ ਬਾਪੂ ਕੁੰਭਦਾਸ ਨੂੰ ਸੜਕ ਜਾਣ ਵਾਲੀ ਹੈ, ਉਹਦਾ ਟੈਂਡਰ ਹੋ ਚੁੱਕਿਆ ਜੀ। ਤੇ ਜਿਹੜੀ ਸ਼ਮਸ਼ਾਨ ਘਾਟ ਨੂੰ ਗਹੂਣ ਤੋਂ ਗਹੂਣ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ, ਉਹਦਾ ਹਜੇ ਮੈਨੂੰ ਲੱਗਦਾ ਟੈਂਡਰ ਨਹੀਂ ਹੋਇਆ ਜੀ। ਲੇਕਿਨ ਉਹ ਸਾਡੀ ਪੈ ਗਈ ਵੀ ਹੈਗੀ ਜੀ, ਪ੍ਰਪੋਜ਼ਲ ਬਣ ਗਈ। ਉਹ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਹੋਰ ਸੜਕ ਲਈ ਉਹ 10-15 ਕਿਲੋਮੀਟਰ ਮਿਲ ਗਿਆ ਜੀ, ਉਹਦੇ ਵਿੱਚ ਪਾਊਗੇ ਜੀ। ਜਿਸ ਤਰ੍ਹਾਂ ਪਹਿਲਾਂ ਵੀ ਦੇਖਿਆ ਗਿਆ ਵੀ ਗਹੂਣ ਜਿਹੜਾ ਪਿੰਡ ਨੂੰ ਸਮਾਰਟ ਵਿਲੇਜ ਸਕੀਮ ਦੇ ਵਿੱਚ ਵੀ ਲਿਆਂਦਾ ਗਿਆ, ਉਹਦੇ ਤਹਿਤ ਹੁਣ ਕੀ ਬਣ ਗਿਆ ਵਾ? ਤੁਹਾਡਾ ਕੀ ਰਹਿੰਦਾ ਵੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਕੰਮਲ ਕੰਮ ਹੋ ਜਾਣ ਜੀ? ਸਾਡੀ 4 ਸਪੇਰੇ ਜਿਹੜੀ ਮੰਡੀ ਬੋਰਡ ਵਾਲੀ ਫਿਰਨੀ ਹੈ ਜੀ। ਇੱਕ ਤਾਂ ਅਸੀਂ ਇਹਨਾਂ ਦੇ ਅੱਗੇ ਇਹ ਬੇਨਤੀ ਕਰੀ ਸੀਗੀ, ਹੁਣ ਸਾਡੀ 400 ਮੀਟਰ ਸੜਕ ਇਹ ਬਣ ਜਾਣੀ ਹੈ ਜੀ। ਜਿਹੜੀ ਦੂਏ ਪਾਸੇ ਦੀ ਸੜਕ ਹੈ ਉਹ ਸਾਡਾ ਪਿੱਚ ਵਰਕ ਹੈ। ਕੁਛ ਜਗ੍ਹਾ ਤੋਂ ਮੰਡੀ ਬੋਰਡ ਦੀ ਸੜਕ ਪਾਣੀ ਖੜਨ ਕਰਕੇ ਜਿੱਦਾਂ ਬਰਸਾਤੀ ਪਾਣੀ ਉਹ ਨੀਵੀਂ ਹੋਣ ਕਰਕੇ ਨਾ ਜੀ, ਉਹਦੇ ਵਿੱਚ ਜਿਹੜੇ ਟੋਏ ਪਏ ਹੋਏ ਆ, ਉਹਦਾ ਜਿਹੜਾ ਪਿੱਚ ਵਰਕ ਦਾ ਕੰਮ ਹੈ ਉਹ ਵੀ ਇਹਨਾਂ ਦਾ 26/10/2021 ਨੂੰ ਟੈਂਡਰ ਹੋ ਗਿਆ ਜੀ। ਉਹਦਾ ਵੀ ਜਿਹੜਾ ਟੈਂਡਰ ਹੈ ਉਹ ਕਹਿੰਦੇ ਅਸੀਂ ਜਲਦ ਤੋਂ ਜਲਦ ਛੇਤੀ ਕੰਮ ਸ਼ੁਰੂ ਕਰਾਵਾਂਗੇ ਪਿੱਚ ਵਰਕ ਦਾ ਵੀ। ਇਹ ਸਨ ਸਾਡੇ ਨਾਲ ਪਿੰਡ ਗਹੂਣ ਦੇ ਸਰਪੰਚ ਗੁਰਮੁਖ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਅੱਜ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ 2 ਸੜਕਾਂ ਦਾ ਉਦਘਾਟਨ ਕੀਤਾ ਹੈ। ਜਲਦੀ ਇਹਨਾਂ ਤੋਂ ਕੰਮ ਹੋਣ ਦਾ ਭਰੋਸਾ ਵੀ ਉਹਨਾਂ ਦਿੱਤਾ ਤੇ ਜਿਹੜੀ ਪਿੰਡ ਗਹੂਣ ਦੀ ਮੁੱਖ ਮੰਗ ਹੈ, ਜਿਹੜੀ ਸ਼ਹਿਰ ਤੋਂ ਪਿੰਡ ਨੂੰ ਸੜਕ ਹੋ ਕੇ ਗੁਜ਼ਰਦੀ ਹੈ, ਉਹਦਾ ਵੀ ਅੱਜ ਉਹ ਵਾਅਦਾ ਕਰਕੇ ਗਏ ਨੇ। ਜਿਹੜੀ ਮੁੱਖ ਮੰਗ ਸੀਗੀ, ਵੱਡੀ ਸਮੱਸਿਆ ਸੀਗੀ, ਉਸ ਤੋਂ ਇਲਾਵਾ ਵੀ ਉਹਨਾਂ ਨੇ ਪਿੰਡ ਗਹੂਣ ਦੇ ਜਿੰਨੇ ਅਧੂਰੇ ਕਾਰਜ ਹੈ ਉਹਨਾਂ ਨੂੰ ਕਰਨ ਦਾ ਵੀ ਜਿਹੜਾ ਭਰੋਸਾ ਦਿੱਤਾ ਹੈ। ਤੇ ਸਰਪੰਚ ਸਾਹਿਬ ਨੇ ਵੀ ਜਿਹੜੀ ਆ ਵਿਸ਼ਵਾਸ ਪ੍ਰਗਟ ਕਰਾਇਆ ਵੀ ਜਲਦੀ ਕੰਮ ਹੋ ਜਾਣਗੇ। ਜਿਹੜੇ ਰਹਿੰਦੇ ਆ ਉਹ ਵੀ ਉਹਨਾਂ ਦੇ ਉਹ ਧਿਆਨ ਦੇ ਵਿੱਚ ਲਿਆਣਗੇ। ਪਰ ਹੁਣ ਦੇਖਣਾ ਇਹ ਹੋਏਗਾ ਵੀ ਜਿਹੜੇ ਕੰਮ ਹੈ ਕਦੋਂ ਕੁ ਪੁਰ ਹੁੰਦੇ ਆ, ਵੀ ਜਾਂ ਜਿਸ ਤਰ੍ਹਾਂ ਪਹਿਲਾਂ ਵੀ ਇਹ ਪਿੰਡਾਂ ਦੇ ਵਿੱਚ ਸਮੱਸਿਆਵਾਂ ਇਸ ਤਰ੍ਹਾਂ ਚੱਲੀਆਂ ਜਾਂ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ, ਜਾਂ ਸਰਕਾਰਾਂ ਦੇ ਸਿਰਫ ਉਦਘਾਟਨ ਹੀ ਰਹਿ ਜਾਂਦੇ ਆ ਜਾਂ ਵਾਅਦੇ ਹੀ ਰਹਿ ਜਾਂਦੇ ਆ। ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭਉ ਟੀਵੀ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅਮਰਿਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗਹੂਣ।